सिस्टर क्या नाम है आपका? राकेश कुमारी। कहाँ के रहने वाले आप? ਅਸੀਂ ਪਿੰਡ ਘੜਿਆਣਾ, ਜ਼ਿਲ੍ਹਾ ਜਲੰਧਰ, ਤਹਿਸੀਲ ਫਲੋਰ। आपने लिखा कि आपकी मैरिज 2007 में हुई थी। ਹਾਂਜੀ। क्या हुआ मैरिज के बाद, आप बताइए। ਮੈਰਿਜ ਤੋਂ ਬਾਅਦ ਜਿੱਦਾਂ 2 ਸਾਲ ਅਸੀਂ ਬੇਬੀ ਟਰਾਈ ਕਰਦੇ ਰਹੇ, ਨਹੀਂ ਹੋਇਆ। ਉਸ ਤੋਂ ਬਾਅਦ ਅਸੀਂ ਡਾਕਟਰਾਂ ਦੇ ਜਾਣ ਲੱਗੇ। ਡਾਕਟਰਾਂ ਦੇ ਕੋਲ ਜਾਂਦੇ ਸੀ, ਉਹਨਾਂ ਨੇ ਸਾਡਾ ਟੈਸਟ ਵਗੈਰਾ ਕਰਵਾਉਣੇ, ਸਕੈਨਿੰਗ ਕਰਵਾਉਣੀ, ਤਾਂ ਉਹਨਾਂ ਨੇ ਮੈਨੂੰ ਕਿਹਾ ਤੁਹਾਡੀ ਓਵਰੀਜ਼ ਦੇ ਵਿੱਚ ਦੋਨੋਂ ਸਾਈਡਾਂ 'ਤੇ ਪਾਣੀ ਵਾਲੀਆਂ ਰਸੌਲੀਆਂ ਆ, ਤੁਹਾਡਾ 2 ਕੁ ਮਹੀਨੇ ਇਲਾਜ ਕਰਾਂਗੇ ਤਾਂ ਠੀਕ ਹੋ ਜਾਊਗੀਆਂ, ਤੁਹਾਨੂੰ ਦਵਾਈ ਖਾਣੀ ਪੈਣੀ ਆ। ਤੇ ਅਸੀਂ ਜਿੱਦਾਂ 2 ਮਹੀਨੇ ਉਹਨੇ ਜੇ ਕਹਿ ਦਿੱਤਾ ਸੀ, ਅਸੀਂ 6 ਮਹੀਨੇ ਜਾਂ ਸਾਲ ਲਗਾਤਾਰ ਦਵਾਈ ਖਾਂਦੇ ਸੀ, ਸਾਨੂੰ ਕੋਈ ਫਰਕ ਨਹੀਂ ਪਿਆ ਸੀਗਾ। और आपने लिखा कि मैरिज के बाद आपके ऊपर दुष्टात्मा के अटैक होने शुरू हुए। ਹਾਂਜੀ। क्या क्या होता था, कैसे कैसे दुष्टात्मा के अटैक होते थे आपके ऊपर? ਜਦੋਂ ਮੈਂ ਸੁੱਤੀ ਪਈ ਹੁੰਦੀ ਸੀ ਤਾਂ ਮੈਨੂੰ ਸੁਪਨਿਆਂ ਦੇ ਵਿੱਚ ਸੱਪ ਦਿਸਦੇ ਹੁੰਦੇ ਸੀਗੇ, ਤਾਂ ਜਾਂ ਮੁਰਦੇ ਦਿਖਾਈ ਦਿੰਦੇ ਹੁੰਦੇ ਸੀ। ਕਈ ਵਾਰੀ ਮੈਨੂੰ ਤਾਂ ਇਸ ਤਰ੍ਹਾਂ ਲੱਗਣਾ ਵੀ ਸੱਪ ਮੇਰੇ ਉੱਪਰ ਫਿਰਦੇ ਆ। ਮੈਂ ਆਪਣੇ ਸਿਰਹਾਣੇ ਚੁੱਕ ਕੇ ਜਾਂ ਉੱਪਰ ਕੱਪੜਾ ਜਿਹੜਾ ਲਿਆ ਹੋਣਾ ਦੇਖਣਾ ਵੀ ਮੇਰੇ ਇੱਥੇ ਤਾਂ ਨਹੀਂ ਸੱਪ ਹੈਗਾ, ਇੱਥੇ ਤਾਂ ਨਹੀਂ ਹੈਗਾ। ਤੇ ਕਈ ਵਾਰੀ ਜਿੱਦਾਂ ਸੁਪਨੇ ਦੇ ਵਿੱਚ ਮੈਨੂੰ ਸੱਪ ਦਿਸਣਾ, ਤਾਂ ਰੀਅਲ ਦੇ ਵਿੱਚ ਵੀ ਮੇਰੇ ਬੈੱਡ ਦੇ ਕੋਲ ਫਿਰਦੇ ਹੁੰਦੇ ਸੀਗੇ। जब आपको सपने में सांप दिखाई देते थे और रियल में भी आपके बेड के पास सांप आते थे। ਹਾਂਜੀ। और आपने लिखा कि जब उसके बाद दुष्टात्मा के अटैक बढ़ते गए, हाँ क्या क्या हालत होती थी आपकी उस वक्त? ਬਸ ਮੈਂ ਇਹ ਮੈਨੂੰ ਹਰ ਵਾਰੀ ਮੈਂ ਸੋਚਦੀ ਹੁੰਦੀ ਸੀ, ਮੈਂ ਇੰਨੀਆਂ ਦਵਾਈਆਂ ਵੀ ਖਾਂਦੀ ਰਹਿੰਦੀ, ਮੈਨੂੰ ਕਦੀ ਕੋਈ ਪ੍ਰੋਬਲਮ ਆ ਜਾਂਦੀ ਆ, ਕਦੀ ਮੈਨੂੰ ਕੋਈ ਬਿਮਾਰੀਆਂ ਦਾ ਇੱਦਾਂ ਸਮਝ ਨਹੀਂ ਸੀ ਡਾਕਟਰਾਂ ਨੂੰ ਵੀ ਲੱਗਦੀ। ਮੈਂ ਦਵਾਈਆਂ ਖਾ ਕੇ ਪਰੇਸ਼ਾਨ ਹੋ ਚੁੱਕੀ ਸੀਗੀ। जब आपने बेबी प्लान किया और आप प्रेगनेंसी कंसीव नहीं कर पा रहे थे, क्या बोला डॉक्टर ने आपको? ਡਾਕਟਰ ਨੇ ਕਹਿੰਦੇ ਸੀਗੇ ਵੀ ਸਾਨੂੰ ਤਾਂ ਸਮਝ ਨਹੀਂ ਲੱਗਦੀ, ਤੁਸੀਂ ਦਵਾਈ ਲੈ ਲਓ। ਅਸੀਂ ਦਵਾਈ ਲੈ ਆਉਂਦੇ ਹੁੰਦੇ ਸੀ, ਜਿੱਥੇ ਜਿੱਦਾਂ ਸਾਨੂੰ ਕਈਆਂ ਨੇ ਕਹਿਣਾ ਇੱਥੇ ਡਾਕਟਰ ਵਧੀਆ, ਤੁਸੀਂ ਉੱਥੇ ਹਸਪੀਟਲ ਚਲ ਜਾਓ। ਅਸੀਂ ਸਾਰੇ ਘੁੰਮ ਲਏ, ਘੱਟੋ ਘੱਟ ਅਸੀਂ ਦੇਸੀ ਦਵਾਈਆਂ ਤੇ ਜਿੱਦਾਂ ਡਾਕਟਰਾਂ ਦੇ ਕੋਲ ਘੱਟੋ ਘੱਟ ਮੈਂ 30 ਹਸਪੀਟਲ ਤੱਕ ਜਿੱਦਾਂ ਜਾ ਚੁੱਕੀ ਹਾਂ। 30 हॉस्पिटल में आप जा चुके थे ऑलरेडी। ਹਾਂਜੀ। और 30 हॉस्पिटल में आपने चेक करवाया, स्कैनिंग करवाई, इलाज करवाया, लेकिन कहीं से भी आप हल नहीं हो रहा था और आपको प्रेगनेंसी कंसीव नहीं हो पा रही थी। 30 अलग अलग हॉस्पिटल में गए आप। ਹਾਂਜੀ। ਮੈਂ ਹਸਪਤਾਲ ਵੀ ਜਾਂਦੀ ਰਹੀ ਤੇ ਮੈਂ ਜਿੱਦਾਂ 30 हॉस्पिटल में आपने जाकर ट्रीटमेंट करवाई, ਹਾਂਜੀ। लेकिन फिर भी आपको प्रेगनेंसी कंसीव नहीं हो पा रही थी। ਨਹੀਂ। लोग क्या कहते थे आपको? ਲੋਕ ਕਹਿੰਦੇ ਹੁੰਦੇ ਸੀ ਤੁਸੀਂ ਇੰਨੇ ਸਾਲਾਂ ਤੋਂ ਜਿੱਦਾਂ ਵੀ ਤੁਹਾਡੇ ਬੱਚਾ ਕਾਹਤੇ ਨਹੀਂ ਹੈਗਾ। ਜਦੋਂ ਮੇਰੇ ਹਸਬੈਂਡ ਨੂੰ ਪੁੱਛਣਾ, ਇਹਨਾਂ ਨੇ ਕਹਿਣਾ ਮੇਰੇ ਵਿੱਚ ਪ੍ਰੋਬਲਮ ਹੈ, ਜੇ ਮੈਨੂੰ ਪੁੱਛਣਾ ਮੈਂ ਕਹਿਣਾ ਮੇਰੇ 'ਚ। ਅਸੀਂ ਦੋਨਾਂ ਨੇ ਆਪਸ ਵਿੱਚ ਰੋਣਾ ਤੇ ਅਸੀਂ ਸ਼ੇਅਰ ਨਹੀਂ ਸੀ ਕਰਦੇ ਹੁੰਦੇ ਇੱਕ ਦੂਜੇ, ਜਿੱਦਾਂ ਵੀ ਕਿਸੇ लोग आपको क्या कहकर बुलाते थे? ਲੋਕ ਕਈ ਤਾਂ ਲੋਕੀ ਮੈਨੂੰ ਕਹਿੰਦੇ ਸੀ ਇਹ ਖੁਸਰਾ ਹੈ, ਇਹਦੇ ਬੱਚਾ ਹੋਣਾ ਹੀ ਨਹੀਂ, ਕਦੇ ਵੀ ਨਹੀਂ ਹੋਣਾ ਹੈਗਾ। लोग बोलते थे आपके कभी बेबी नहीं होगा, कभी बच्चा नहीं होगा। ਹਾਂਜੀ। और आप घर से बाहर निकलना आपने बंद कर दिया था। ਹਾਂਜੀ। क्यों ऐसा क्यों किया आपने? ਮੈਨੂੰ ਬਹੁਤ ਸ਼ਰਮਿੰਦਗੀ ਹੁੰਦੀ ਸੀਗੀ, ਮੈਂ ਬਾਹਰ ਨਿਕਲਣਾ ਬੰਦ ਕਰਤਾ ਸੀ। ਮੈਂ ਕਹਿੰਦੀ ਸੀ ਮੇਰੀ ਜ਼ਿੰਦਗੀ ਕੁਛ ਨਹੀਂ ਹੈਗੀ, ਵੀ ਬੇਬੀ ਹੋਊਗਾ ਤਾਂ ਅਸੀਂ ਸਾਰਿਆਂ ਦੇ ਵਿੱਚ ਜਾਵਾਂਗੇ, ਕਿੱਦਾਂ ਅਸੀਂ ਬਾਹਰ ਨਿਕਲਣਾ। ਆਪਣੇ ਆਪ ਮੈਨੂੰ ਬਹੁਤ ਗੰਦਾ ਫੀਲ ਹੁੰਦਾ ਸੀਗਾ ਵੀ ਮੈਂ ਜੇ ਕਿਸੇ ਦੇ ਮੱਥੇ ਲੱਗ ਗਈ, ਅਗਲੇ ਨੇ ਕਹਿਣਾ ਹਾਂ ਅਸੀਂ ਆਹ ਕੰਮ ਕਰਨ ਗਏ ਸੀਗੇ, ਇਹ ਸਾਡੇ ਮੱਥੇ ਲੱਗੇ ਆ, ਸਾਡਾ ਆਹ ਕੰਮ ਨਹੀਂ ਬਣਿਆ ਹੈਗਾ। ਮੈਂ ਇਸੇ ਕਰਕੇ ਅੰਦਰ ਹੀ ਰਹਿਣ ਲੱਗ ਗਈ ਸੀ ਕਮਰਿਆਂ 'ਚ ਆਪਣੇ। और आपके ससुर आपके पति को क्या कहते थे? ਉਹ ਵੀ ਕਹਿੰਦੇ ਹੁੰਦੇ ਸੀਗੇ ਵੀ ਇਹਦੇ ਬੱਚਾ ਨਹੀਂ ਹੋਣਾ ਕਿਉਂਕਿ ਇੰਨੇ ਸਾਲ ਹੋ ਗਏ ਆ, ਤੂੰ ਇਹਨੂੰ ਛੱਡ ਦੇ ਤੇ ਇਹ ਤੂੰ ਆਂਤ ਮਾਰਨਾ, ਇਦਾਂ ਕਹਿੰਦੇ ਹੁੰਦੇ ਸੀਗੇ। आपकी फैमिली वाले लोग आपके पति को बोलते थे कि आप दूसरी मैरिज करवा लो, हाँ क्योंकि जी। इसके कभी बेबी नहीं होगा। ਹਾਂਜੀ। ब्रदर आप बताइए भाई कि आप क्या कहते थे जब लोग आपको, आपके घर वाले ऐसा कहते थे? आपके घर वाले बोलते थे कि आप दूसरी शादी कर लो, आपके बेबी नहीं होगा, आप क्या जवाब देते थे उन्हें? क्या होता था आपके ਜੀ साथ? ਮੈਨੂੰ ਬਚਨ ਦਾ ਪਤਾ ਸੀਗਾ, ਅਸੀਂ ਕੁਛ ਨਹੀਂ ਇੱਕ ਦੂਜੇ ਨੂੰ ਕਹਿੰਦੇ ਨਾ, ਉਹਨਾਂ ਨੂੰ ਜਵਾਬ ਦਿੰਦੇ ਸੀ, ਪ੍ਰੇਰ ਹੀ ਕਰਦੇ ਹੁੰਦੇ ਸੀ ਬਸ। और चर्च के बारे में आपको 2012 में से आप मसीह में हैं। हाँ जी। लोग आपको क्या कहते थे फिर? ਜੀ ਕੁਛ ਨਹੀਂ, ਉਹ ਕਹਿੰਦੇ ਸੀ ਇਹੀ ਕਹਿੰਦੇ, ਮੈਨੂੰ ਤਾਂ ਜਿੱਦਾਂ ਮੈਂ ਮੈਸਨ ਦਾ ਕੰਮ ਕਰਦਾ, ਮੈਨੂੰ ਇਹੀ ਕਹਿੰਦੇ ਸਾਰੇ ਜੋ ਮਿਲਦੇ ਸੀ, ਕਹਿੰਦੇ ਤੁਸੀਂ ਆਪਣੇ ਪਰਮੇਸ਼ਰ 'ਚ ਅੜੇ ਰਹੋ, ਕੋਈ ਗੱਲ ਨਹੀਂ, ਤੁਹਾਨੂੰ ਇੱਕ ਦਿਨ ਜਵਾਬ ਮਿਲੂਗਾ। ਅਸੀਂ ਵਿਸ਼ਵਾਸ ਰੱਖਦੇ ਇਸ ਗੱਲ ਦਾ। ਹਾਂਜੀ। आपका सिस्टर आप बताइए, आपका कैसे परमेश्वर पर विश्वास बढ़ा? ਮੈਂ ਕਿਉਂਕਿ ਬਾਈਬਲ ਪੜ੍ਹਦੀ ਹੁੰਦੀ ਸੀ, ਉਹਦੇ ਵਿੱਚ ਮੈਂ ਜਦੋਂ ਪੜ੍ਹਦੀ ਹੁੰਦੀ ਸੀ ਹੰਨਾ ਤੇ ਸਾਰਾ ਦਾ, ਜਿੱਦਾਂ ਉਹ ਮੈਂ ਸੋਚਣਾ ਜਦ ਪਰਮੇਸ਼ਰ ਨੇ ਸਾਰਾ ਬੁੱਢੀ ਔਰਤ ਸੀ 90 ਸਾਲ ਦੀ ਸੀ, ਉਹਨੂੰ ਬੇਬੀ ਦਿੱਤਾ, ਹੰਨਾ ਬਾਂਝ ਸੀ ਉਹਨੂੰ ਸੈਮੂਅਲ ਦਿੱਤਾ। ਮੈਨੂੰ ਪੂਰਾ ਵਿਸ਼ਵਾਸ ਸੀ ਪ੍ਰਭੂ ਤੇ। ਮੈਂ ਇਹ ਕਹਿੰਦੀ ਪਰਮੇਸ਼ਰ ਜਦ ਤੂੰ ਹੰਨਾ ਨੂੰ ਦੇ ਸਕਦਾ ਬੇਬੀ, ਪ੍ਰਭੂ ਤੂੰ ਮੈਨੂੰ ਵੀ ਜ਼ਰੂਰ ਬਲੈਸ ਕਰੇਗਾ। तारीफ करें जोर से पहले इनके विश्वास के लिए कि इन्होंने अपना विश्वास बढ़ाया और परमेश्वर के वचन को क्लेम करना शुरू किया। और जब चर्च में आए, आप चर्च में आने लगे, क्या क्या हुआ उसके बाद? ਚਰਚ ਵਿੱਚ ਅਸੀਂ ਆਉਂਦੇ ਹੁੰਦੇ ਸੀ, ਗਵਾਹੀਆਂ ਨੂੰ ਦੇਖਦੇ ਹੁੰਦੇ ਸੀ। ਪਾਪਾ ਜੀ ਜੋ
ਬਚਨ ਬੋਲਦੇ ਹੁੰਦੇ ਸੀ ਉਹਨਾਂ ਨੂੰ ਵੀ ਸੁਣਦੇ ਹੁੰਦੇ ਸੀ ਤੇ ਸਾਨੂੰ ਸ਼ਾਂਤੀ ਮਿਲਣ ਲੱਗ ਗਈ ਤੇ ਸਾਡਾ ਵਿਸ਼ਵਾਸ ਹੋਰ ਵੱਧਦਾ ਗਿਆ ਤੇ ਜਦੋਂ ਪ੍ਰੋਫੈਟਿਕ ਵਰਡ ਰਿਸੀਵ ਕਰਦੇ ਹੁੰਦੇ ਸੀਗੇ ਅਸੀਂ ਉਹਨਾਂ ਨੂੰ ਆਪਣੇ ਲਈ ਤੇ ਅਸੀਂ ਇਸੇ ਤਰ੍ਹਾਂ ਚਰਚ ਵਿੱਚ ਬਣੇ ਰਹੇ ਪਾਪਾ जी कहते हैं तुसी अड़े ते खड़े रहो परमेश्वर तानू जरूर ब्लेस करूगा क्योंकि डॉक्टर ने आपको बोला था कि आपके ओवरीज में रसौलियां हैं हाँ जी। अगर डॉक्टर ने बोला अगर रसौलियां रिमूव ना हो जाएं जब तक रसौलियां ना खत्म हो जाए तब तक आप प्रेग्नेंट नहीं हो सकते हाँ जी। और 2018 में जब आप चर्च में आए थे और जब परमेश्वर के दास ने बोला था टीम को कि अनॉइंटिंग शॉल इनके पेट पर टच किया जाए जब शॉल को टच किया गया आपके पेट के ऊपर क्या हुआ उसके बाद ਜਦੋਂ ਮੈਂ ਦੂਜੇ ਦਿਨ ਘਰ ਨੂੰ ਗਏ ਉਸ ਤੋਂ ਬਾਅਦ ਜਦੋਂ ਮੈਨੂੰ ਮੈਂਸੇਜ ਆਏ ਸੀਗੇ ਤੇ ਮੇਰੀ ਬਲੀਡਿੰਗ ਦੇ ਵਿੱਚ ਰਸੌਲੀ ਨਿਕਲ ਗਈ ਮੈਂ ਆਪਣੇ ਹਸਬੰਡ ਨੂੰ ਆਵਾਜ਼ ਮਾਰ ਕੇ ਦਿਖਾਈ ਸੀ ਅਸੀਂ ਫੋਟੋ ਨਹੀਂ ਖਿੱਚ ਹੋਈ ਸਾਤੋਂ उस अनॉइंटेड शॉल को टच करने के नेक्स्ट डे यानी अगले ही दिन वो रसौली अपने आप बाहर आ चुकी थी हाँ जी। और आपने लिखा कि उसके बाद 3 महीने बाद आप फर्स्ट टाइम प्रेग्नेंट हुए हाँ जी। क्या क्या हुआ उसके बाद प्रेगनेंसी के बाद ਉਸ ਤੋਂ ਬਾਅਦ ਜਦੋਂ ਮੈਂ ਪ੍ਰੈਗਨੈਂਟ ਹੋਈ ਤੇ ਮੇਰੇ 2.5 ਮਹੀਨੇ ਦੀ ਪ੍ਰੈਗਨੈਂਸੀ ਸੀਗੀ ਤੇ ਅਸੀਂ ਡਾਕਟਰ ਕੋਲ ਗਏ ਉਹਨਾਂ ਨੇ ਸਾਨੂੰ ਕਿਹਾ ਵੀ ਬੱਚੇ ਦੀ ਧੜਕਣ ਨਹੀਂ ਆ ਰਹੀ ਹੈਗੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਦੇ ਕੋਲ ਗਏ ਤੇ मैं क्योंकि आपके ऊपर दुष्ट आत्मा के अटैक बहुत हाँ ज्यादा जी। बढ़ गए थे हाँ जी। और क्या हुआ जब आप 2.5 मंथ के प्रेग्नेंट थे और रात को आप सो रहे थे क्या हुआ आपके साथ ਮੈਂ ਸੁੱਤੀ ਪਈ ਸੀਗੀ ਤੇ ਕਾਫੀ ਜਿੱਦਾਂ ਰਾਤ ਦਾ 1:30-2 ਵਜੇ ਸੀਗੇ ਮੈਂ ਸੁੱਤੀ ਪਈ ਤੇ ਮੇਰੇ ਕੰਨ ਦੇ ਵਿੱਚ ਬਹੁਤ ਜ਼ਿਆਦਾ ਉੱਚੀ ਚੀਖ ਦੀ ਆਵਾਜ਼ ਆਈ ਮੈਂ ਇੱਕਦਮ ਹੀ ਡਰ ਗਈ ਜਦੋਂ ਮੈਂ ਅੱਖ ਖੋਲੀ ਤੇ ਮੇਰੇ ਇਦਾਂ ਬੈੱਡ ਦੇ ਕੋਲ ਕੋਈ ਕਾਲਾ ਸਾਇਆ ਖੜਾ ਸੀਗਾ ਮੈਂ ਬਹੁਤ ਜ਼ਿਆਦਾ ਡਰੀ ਤੇ ਮੈਂ ਪ੍ਰੇਅਰ ਕਰਨ ਲੱਗ ਗਈ ਮੈਂ ਸਵੇਰੇ ਆਪਣੇ ਇਹਨਾਂ ਨੂੰ ਵੀ ਦੱਸਿਆ ਹਸਬੈਂਡ ਨੂੰ ਵੀ ਮੈਨੂੰ ਰਾਤੀ ਇਦਾਂ ਹੋਈ ਤਾਂ ਸਵੇਰ ਨੂੰ ਮੇਰੇ ਜਿੱਦਾਂ ਬਲੀਡਿੰਗ ਹੋਣੀ ਸ਼ੁਰੂ ਹੋ ਗਈ ਸੀਗੀ जब सुबह आप उठे आपको ब्लीडिंग शुरू हो गई और आपका मिसकैरेज हो गया हाँ जी। फिर दिसंबर 2018 में जब आप दूसरी बार प्रेग्नेंट हुए क्या हुआ फिर उसके बाद ਉਸ ਤੋਂ ਬਾਅਦ ਜਦੋਂ ਮੈਂ ਫਿਰ ਪਾਪਾ ਜੀ ਤੋਂ ਲੇ ਹੈਂਡ ਕਰਵਾਈ ਤੇ ਉਸ ਤੋਂ ਬਾਅਦ ਮੈਂ ਪ੍ਰੈਗਨੈਂਟ ਹੋਈ ਤੇ ਮੇਰਾ 9 ਮੰਥ ਐਨ ਸਹੀ ਸਲਾਮਤ ਮੇਰਾ ਚੱਲਦਾ ਰਿਹਾ ਟਾਈਮ ਜਦੋਂ ਅਸੀਂ ਡਿਲੀਵਰੀ ਕਰਾਉਣ ਗਏ ਸੀ डॉक्टर ਦੇ आइए ਕੋਲ हम पहले अपनी स्क्रीन के ऊपर इनके उस ले हैंड की वीडियो को देखते हैं जब आप पहली बार प्रेग्नेंट हुए थे 2.5 मंथ में आपका मिसकैरेज हो गया था हाँ जी। दूसरी बार प्रेग्नेंट हुए तो 9वें महीने में डिलीवरी के टाइम आपके बच्चे की डेथ हो गई थी हाँ जी। और उसके बाद आपके ऊपर लेहैंड प्रार्थना हुई लेहैंड जब प्रार्थना हुई क्या हुआ उस वक्त आपको जब परमेश्वर के दास ने आपको टच किया ਜਦੋਂ ਮੇਰੇ ਤੇ ਦੁਬਾਰਾ ਫਿਰ ਲੇ ਹੈਂਡ ਹੋਈ ਤਾਂ ਮੈਂ ਚੀਕਾਂ ਮਾਰਨ ਲੱਗ ਗਈ ਉੱਚੀ ਉੱਚੀ ਰੋਣ ਲੱਗ ਗਈ ਤਾਂ ਦੁਸ਼ਟ ਆਤਮਾ ਮੇਰੇ ਅੰਦਰੋਂ ਬੋਲ ਰਿਹਾ ਸੀ ਤੇਰੇ ਬੱਚੇ ਮੈਂ ਲੈ ਕੇ ਗਿਆ ਮੈਂ ਤੈਨੂੰ ਵੀ ਨਹੀਂ ਛੱਡਣਾ ਹੈਗਾ मैं इतने ही चीका मार दी नीचे गिर गई सीगी दुष्ट आत्मा आपके अंदर से बोल रहा था कि हाँ जी। तेरे बच्चों को मैंने ही मारा है हाँ जी। क्या क्या हुआ उस ले हैंड के बाद बताइए आप उस ले हैंड बाद ਜਦੋਂ मैं डिग गई उस तो बाद ਜਦੋਂ मैं उठी मैं एकदम एन हल्का मेरा शरीर हो चुका तो सीगा आप दुष्ट आत्मा से उसी वक्त आजाद हो चुके थे हाँ परमेश्वर जी। ने आपको दुष्ट आत्मा से आजाद कर दिया था हाँ जी। और ले हैंड के 4 महीने के बाद जब आपने बेबी के लिए ट्राई किया क्या हुआ उसके बाद बताइए आप ਕਿਉਂਕਿ ਡਾਕਟਰਾਂ ਨੇ ਮੈਨੂੰ ਕਿਹਾ ਸੀ ਮੇਰਾ ਪਹਿਲਾਂ ਵੀ ਆਪਰੇਸ਼ਨ ਹੋਇਆ ਸੀ ਵੱਡਾ ਤੇ ਉਹਨਾਂ ਨੇ ਕਿਹਾ ਸੀ 6 ਮਹੀਨੇ ਤੱਕ ਤੁਸੀਂ ਬੱਚਾ ਨਹੀਂ ਹਜੇ ਲੈਣਾ ਹੈਗਾ ਤੇ ਮੈਂ ਸੋਚਿਆ ਵੀ ਨਹੀਂ ਸੀਗਾ ਕਿਉਂਕਿ ਅਸੀਂ ਇਹ ਕਹਿੰਦੇ ਸੀਗੇ ਜਿੱਦਾਂ ਫੇਰ ਬਾਅਦ 'ਚ ਸਾਨੂੰ ਕਈ ਕਹਿਣ ਲੱਗੇ ਤੁਸੀਂ ਦਵਾਈ ਖਾ ਲਓ ਹੁਣ ਤਾਂ ਇੰਨਾ ਚਿਰ ਹੋ ਗਿਆ ਤੁਹਾਡੇ ਬੱਚਾ ਫੇਰ ਇਦਾਂ ਹੋ ਗਿਆ ਅਸੀਂ ਕਿਹਾ ਨਹੀਂ ਪਰਮੇਸ਼ਰ ਨੇ ਦਿੱਤਾ ਸੀ ਸਾਨੂੰ ਉੱਤੇ ਭਰੋਸਾ ਅਸੀਂ ਕੋਈ ਦਵਾਈ ਨਹੀਂ ਖਾਣੀ और 28 जनवरी 2020 को आप थर्ड टाइम तीसरी बार प्रेग्नेंट हुए हाँ जी। क्या हुआ उसके बाद प्रेगनेंसी होने के बाद ਉਸ ਤੋਂ ਬਾਅਦ ਮੇਰਾ ਪ੍ਰੈਗਨੈਂਸੀ ਐਨ ਵਧੀਆ ਸਹੀ ਚੱਲੀ ਉਸ ਤੋਂ ਬਾਅਦ ਪਰਮੇਸ਼ਰ ਨੇ ਮੈਨੂੰ ਬੇਬੀ ਬॉय ਦੇ ਨਾਲ ਬਲੈਸ ਕੀਤਾ 22 सितंबर 2020 को परमेश्वर ने हाँ आपको जी। बेबी बॉय के साथ ब्लेस किया हाँ जी। कितने साल के बाद मैरिज के 13 साल बाद मैरिज के 13 साल के बाद परमेश्वर ने इनको बेबी बॉय के साथ आप खड़े हुए और जोर से खड़े होकर अपनी जगह पर तालियों के साथ जोर से सभी साथों के साथ मिलके नाचते हुए अपने हाथों को हिलाएं और जोर से परमेश्वर के नाम को महिमा दे जोर से सब परमेश्वर का थैंक्स करें। अब देखिए उस बहन को अभी भी होली स्पिरिट छू रहा है परमेश्वर का आत्मा ने छू रहा है जोर से परमेश्वर के नाम को महिमा दे के परमेश्वर आज हमारे बीच में बड़े बड़े अद्भुत काम कर रहे हैं। आज जब परमेश्वर के दास परमेश्वर की दासी हमारे बीच में है आपने तैयार रहना है ताकि आप भी अपनी गवाही के साथ वापिस आए अपने हाथों को उठाएं और सब तालियों के साथ जोर से परमेश्वर के नाम को महिमा दें। सिस्टर आप बताइए अभी जो लोग आपको पहले इतना बुरा बोलते थे आपको बोलते थे कि ये किन्नर है या आपको बोलते थे इसके कभी बच्चा नहीं होगा अभी जब आपके हाथ में बेबी है 13 साल मैरिज के शादी के 13 साल बाद परमेश्वर ने आपको बेबी के साथ आश्रित किया बच्चे के साथ
अभी वो लोग जब आपके हाथ में बच्चा देखते हैं क्या बोलते हैं वो आपको फिर? ਹੁਣ ਸਾਰੇ ਖੁਸ਼ ਹੁੰਦੇ ਆ, ਪੁੱਛਦੇ ਤੁਸੀਂ ਦਵਾਈ ਖਾਧੀ ਕੋਈ? ਮੈਂ ਕਿਹਾ ਮੈਂ ਕੋਈ ਦਵਾਈ ਨਹੀਂ ਖਾਧੀ, ਮੈਨੂੰ ਪਰਮੇਸ਼ਰ ਨੇ ਬਲੈਸ ਕੀਤਾ ਆ। तारीफ करें जोर से। अभी 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 आप उनको क्या बताते फिर, कहां से मिला बेटा? ਮੈਂ ਉਹਨਾਂ ਨੂੰ ਕਹਿੰਨੀ ਅਸੀਂ ਚਰਚ ਜਾਂਦੇ, ਪ੍ਰਭੂ ਯਿਸੂ ਮਸੀਹ ਨੇ ਸਾਨੂੰ ਦਿੱਤਾ ਬੇਬੀ। क्या क्या कहते वो अभी आपसे फिर? ਉਹ ਸਾਰੇ ਖੁਸ਼ ਹੁੰਦੇ, ਕਹਿੰਦੇ ਬਹੁਤ ਬਹੁਤ ਸੱਚਾ ਰੱਬ ਤੁਹਾਡਾ। ਸਹੀ ਗੱਲ ਹੈ, ਸਾਡਾ ਰੱਬ ਸੱਚਾ ਤੇ ਜਿੰਦਾ ਖੁਦਾ ਆ। तारीफ करें सब अपने हाथों को उठाकर जोर से। हालेलुया। आप अभी उन बहनों के पास जिनके पास अभी बेबी की आशीष नहीं है, आप क्या कहना चाहते हैं उनको बताइए। ਮੈਂ ਉਹਨਾਂ ਨੂੰ ਇਹ ਕਹਿੰਨੀ ਆ, ਤੁਸੀਂ ਲਗਾਤਾਰ ਚਰਚ ਆਈ ਜਾਓ, ਵਿਸ਼ਵਾਸ ਰੱਖੋ ਪਰਮੇਸ਼ਰ ਤੇ। ਪਰਮੇਸ਼ਰ ਸਾਨੂੰ ਕਦੇ ਵੀ ਸ਼ਰਮਿੰਦਾ ਨਹੀਂ ਹੋਣ ਦਿੰਦਾ। Thanks ਸਾਡਾ ਕਰੇ ਸਭ। ਪਰਮੇਸ਼ਰ ਜਿੰਦਾ ਖੁਦਾ ਆ। सब अपने हाथों को उठाएं, जोर से परमेश्वर के नाम को महिमा दें। सब परमेश्वर के नाम को महिमा दें।